हर जस गायो जी मिल के संत जना। 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 संत जना मिल हर जस गायो। 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 कोट जन्म के दुख गवायो। 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 हर जस गायो जी मिल के संत जना। 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 संत जना मिल हर जस गायो। कोट जन्म के दुख गवायो। जो चाहत सोई मन पायो। कर कृपा हर नाम दिवायो। सर्व सुख हर नाम बढ़ाई। गुर प्रसाद नानक मत पाई। सत्कार जो खालसा जी। ਅੰਮ੍ਰਿਤ ਵੇਲੇ ਗੁਰੂ ਨਾਨਕ ਦੇ ਸਕੂਲ ਅੰਦਰ ਆਪਣੀਆਂ ਹਾਜ਼ਰੀਆਂ ਭਰਨ ਵਾਸਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਜੋ ਕਿ ਰੋਜ਼ਾਨਾ ਦੀ ਤਰ੍ਹਾਂ ਜਿਹੜਾ ਸਾਡਾ ਅਸਲੀ ਸਭ ਤੋਂ ਵੱਡਾ ਮਨੋਰਥ ਹੈ, ਸਭ ਤੋਂ ਵੱਡਾ ਫਰਜ਼ ਹੈ, ਮਨੁੱਖ ਦਾ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ, ਫਿਰ ਗੁਰਬਾਣੀ ਪੜ੍ਹਨੀ ਅਤੇ ਸੁਣਨੀ, ਇਹ ਵੱਡਾ ਕੰਮ ਹੈ। ਬਾਕੀ ਤਾਂ ਮਰਜ਼ੀ ਕਹਿਣ ਲੱਗੇ ਤੇਰੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਾਕੀ ਤੇਰੇ ਵਿਅਰਥ ਕੰਮ ਨੇ। ਉਹਨਾਂ ਕੰਮਾਂ ਦੇ ਵਿੱਚ ਜਿੰਨਾ ਮਰਜ਼ੀ ਉਹਨਾਂ ਕੰਮਾਂ ਨੂੰ ਕਰ ਮਨੁੱਖ ਕਹਿੰਦੇ, ਪਰ ਉਹਨਾਂ 'ਚ ਇਹ ਨਹੀਂ ਤੈਨੂੰ ਕਿਹਾ ਜਾ ਸਕਦਾ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜੂ। ਉਹਨਾਂ ਵਿੱਚ ਕੇਵਲ ਤੇ ਕੇਵਲ ਇੱਕੋ ਹੀ ਗੱਲ ਕਹੀ ਜਾ ਸਕਦੀ ਹੈ, 2 ਪੈਸੇ ਆ ਜਾਣਗੇ। ਜੇ ਮਨੁੱਖ ਕੰਮ ਕਰੂ ਨਾ, ਉਹਦੇ ਵਿੱਚ 2 ਪੈਸੇ ਆ ਗਏ, ਉਹਦੇ ਨਾਲ ਕੀ ਹੋਊਗਾ? ਰੁਜ਼ਗਾਰ ਚੱਲ ਪੂ। ਕੇਵਲ ਅਵਰ ਕਾਜ ਇੱਥੋਂ ਦੇ ਕੰਮ ਹੀ ਨੇ ਨਾ ਸਾਰੇ, ਉਹਦੇ ਨਾਲ ਕੇਵਲ ਰੁਜ਼ਗਾਰ ਚੱਲ ਪਊਗਾ। ਤੇ ਉਹ ਪੈਸੇ ਰਹਿਣਗੇ ਕਿੰਨੇ ਕੁ ਦਿਨ? ਉਹਨਾਂ ਦੀ ਬਾਬਤ ਵੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਉਹ ਪੈਸੇ ਕੈ ਦਿਨ ਤੇਰੇ ਜੇਬ ਵਿੱਚ ਰਹਿ ਸਕਦੇ ਨੇ। ਮਹਾਰਾਜ ਜੀ ਕਹਿੰਦੇ ਇਹ ਮਾਇਆ ਕੀ ਸੋਭਾ 4 ਦਿਹਾੜੇ, 4 ਕੁ ਦਿਨ, 4 ਦਿਹਾੜੇ ਜਾਂਦੀ ਬਿਲਮ ਨਾ ਹੋਏ। ਮਹਾਰਾਜ ਜੀ ਕਹਿੰਦੇ ਉਹ ਵੀ ਦੇਖੋ ਮਾਇਆ ਲਿਆਂਦੀ ਠੀਕ ਹੈ, ਦੌਲਤ ਗੁਜਰਾਨ ਹੈ, ਇਹਦੇ ਬਿਨਾਂ ਵੀ ਨਹੀਂ ਸਰਦਾ। ਪਰ ਮਹਾਰਾਜ ਜੀ ਕਹਿੰਦੇ ਕੇਵਲ 4 ਕੁ ਦਿਨਾਂ ਵਾਸਤੇ ਕੋਈ ਨਾ ਕੋਈ ਆਉਂਦਿਆਂ ਨੂੰ ਕੰਮ ਖੜਾ ਹੁੰਦਾ ਵੀ ਇਹਦੇ ਦੇਣੇ ਆ, ਇਹਨੂੰ ਕਰਨਾ, ਇਸ ਤਰ੍ਹਾਂ ਕਰਨਾ ਹੈ।
ਜੇ ਚਲੋ ਮਨੁੱਖ ਕੋਲ 4 ਪੈਸੇ ਵੱਧ ਆ, ਉਹ ਕਹਿ ਦਿੰਦਾ ਬੈਂਕ ਵਿੱਚ ਧਰ ਦਿਓ, ਕਿਤੇ ਕੰਮ ਆ ਜਾਣਗੇ। ਪਰ ਇਹ ਨਹੀਂ ਕੋਈ ਵੀ ਕਹਿ ਸਕਦਾ ਪੈਸੇ ਜੋੜ ਕੇ ਬੈਂਕ ਵਿੱਚ ਧਰ ਦਿਓ, ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਊਗੀ। ਨਹੀਂ ਇਹ ਕਹਿ ਸਕਦਾ। ਸੱਚੇ ਪਾਤਸ਼ਾਹ ਮਹਾਰਾਜ ਆਪਣੀ ਪਾਵਨ ਬਾਣੀ ਅੰਦਰ ਫਰਮਾਨ ਕਰਦੇ ਹਨ, ਕਹਿੰਦੇ ਇਹਾਂ ਖਾਟ ਚੱਲੋ ਹਰ ਲਾਹਾ, ਆਗੇ ਵਸਨ ਸਹੇਲਾ। ਮਹਾਰਾਜ ਜੀ ਕਹਿੰਦੇ ਇੱਥੇ ਲਾਹਾ ਖੱਟ ਕੇ ਅੱਗੇ ਵਸਨ ਸਹੇਲਾ, ਅਗਲਾ ਤੇਰਾ ਜਿਹੜਾ ਰਸਤਾ ਹੈ ਉਹ ਸਾਫ਼ ਹੋ ਜਾਵੇਗਾ, ਜਿੱਥੇ ਪਰਮਾਤਮਾ ਦੀ ਦਰਗਾਹ ਹੈ। ਆਓ ਅੰਮ੍ਰਿਤ ਵੇਲੇ ਦੇ ਸਮੇਂ ਨੂੰ ਮੁੱਖ ਰੱਖਦੇ ਪਹੁੰਚੇ ਹਾਂ ਭਾਈ। ਵੱਡੇ ਭਾਗ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਿਤਰੋ ਜਿਹੜੇ ਇਤਿਹਾਸਕ ਦਿਨ ਚੱਲ ਰਹੇ ਹਨ। ਕੱਲ੍ਹ ਫਿਰ ਆਪ ਜੀ ਨੇ ਸੁਣਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ 5ਵਾਂ ਗੁਰੂ ਨਾਨਕ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ 4 ਪਰਿਕਰਮਾ 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕ ਕੇ ਪਿਤਾ ਨੇ ਆਪਣੇ ਪੁੱਤਰ ਦੇ ਚਰਨਾਂ ਉੱਤੇ ਸੀਸ ਨਿਵਾ ਦਿੱਤਾ। ਗੁਰੂ ਜੀ ਫਰਮਾਨ ਕਰਦੇ ਹਨ, ਪਿਆਰ ਵਿੱਚ ਆ ਕੇ ਉਲਟਾ ਖੇਲ ਪ੍ਰੇਮ ਦਾ, ਪੈਰਾਂ ਉੱਪਰ ਸੀਸ ਨਵਾਇਆ। ਪ੍ਰੇਮ ਦਾ ਖੇਡ ਉਲਟਾ ਹੀ ਹੈ। ਪੁੱਤਰ ਮੱਥਾ ਟੇਕਦਾ ਹੁੰਦਾ ਪਿਓ ਨੂੰ, ਨਾ ਕਿ ਪਿਓ ਪੁੱਤਰ ਨੂੰ ਮੱਥਾ ਟੇਕੇ। ਪਰ ਗੁਰੂ ਨਾਨਕ ਦੀ ਗੁਰਤਾ ਗੱਦੀ ਦਾ ਤਿਲਕ ਦੇ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਹਿ ਦਿੱਤਾ, ਅੱਜ ਤੋਂ ਇਹ ਗੁਰੂ ਨਾਨਕ ਵਾਲੀ ਜੋਤ ਜਿਹੜੀ ਹੈ 5ਵੇਂ ਗੁਰੂ ਨਾਨਕ ਵਿੱਚ ਆ ਗਈ ਹੈ। ਅੱਗੇ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜੋਤੀ ਜੋਤ ਸਮਾਏ। ਗੁਰੂ ਅਰਜਨ ਮਹਾਰਾਜ ਜਿਹੜਾ ਉਹ ਗੁਰਤਾ ਗੱਦੀ ਤੇ ਭਰਾ ਨੇ ਫੇਰ ਈਰਖਾ ਕਰੀ ਬਹੁਤ ਜ਼ਿਆਦਾ। ਇੱਧਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਾਦੀ ਹੋਈ ਮਾਤਾ ਗੰਗਾ ਜੀ ਨਾਲ। ਹੁਣ ਜਦੋਂ ਘਰ ਦੇ ਵਿੱਚ ਰਹਿੰਦੇ ਆ, ਬਾਬਾ ਪ੍ਰਿਥੀ ਚੰਦ ਜੀ ਦਾ ਘਰ ਨਾਲ ਹੈ, ਮਾਂ ਦੇ ਬਾਬਾ ਜੀ ਅਵਧੂਤ ਨੇ, ਉਹਨਾਂ ਨੂੰ ਪਤਾ ਨਹੀਂ ਜਗ ਸੰਸਾਰ ਵਾਲੇ। ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ ਮਾਤਾ ਗੰਗਾ ਜੀ, ਕਿਉਂਕਿ ਗੁਰਤਾ ਗੱਦੀ ਉੱਤੇ ਬੈਠੇ ਨੇ, ਸੰਗਤ ਬੜੀਆਂ ਪ੍ਰਕਾਰ ਦੀਆਂ ਵਸਤੂਆਂ ਗੁਰੂ ਘਰ ਵਿੱਚ ਅਰਪਣ ਕਰਦੀਆਂ ਨੇ, ਤੇ ਉਧਰ ਜਿਹੜਾ ਨਾ ਉਹ ਬਾਬਾ ਪ੍ਰਿਥੀ ਚੰਦ ਦੇ ਘਰੋਂ ਮਾਤਾ ਕਰਮੋ ਜੀ, ਉਹਨਾਂ ਦੇ ਘਰ ਦੇ ਵਿੱਚ ਇੱਕ ਸਪੁੱਤਰ ਹੈ ਜਿਹਦਾ ਨਾਮ ਹੈ ਮਿਹਰਬਾਨ। ਇੱਧਰ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੇ ਵਿੱਚ ਅਜੇ ਕੋਈ ਸੰਤਾਨ ਨਹੀਂ ਹੋਈ ਹੈ। ਜਿਹੜੇ ਕੀਮਤੀ ਦਸਾਲੇ ਨੇ ਗੁਰੂ ਘਰ ਦੇ, ਉਹ ਮਾਤਾ ਗੰਗਾ ਜੀ ਘਰ ਆਏ, ਨਾਲ ਨਾਲ ਆਏ, ਕੰਧ ਸਾਂਝੀ ਹੈ ਵਿਚਾਲੇ। ਮਾਤਾ ਗੰਗਾ ਜੀ ਕੀਮਤੀ ਦਸਾਲੇ ਗੁਰੂ ਘਰ ਦੇ ਧੋ ਧੋ ਕੇ ਉੱਪਰ ਸੁੱਕਣੇ ਪਾਉਂਦੇ ਨੇ। ਉਧਰ ਮਾਤਾ ਗੰਗਾ ਜੀ ਨੇ, ਮਾਤਾ ਕਰਮ ਨੇ ਆਵਾਜ਼ ਮਾਰੀ, ਬੜੇ ਕੀਮਤੀ ਦਸਾਲੇ ਨੇ, ਤੁਸੀਂ ਕੁਟਲਤਾ ਦੇ ਨਾਲ ਪਿਤਾ ਤੋਂ ਗੱਦੀ ਲੈ ਗਏ, ਹੁਣ ਇਹ ਵਧੀਆ ਵਧੀਆ ਬਸਤਰ ਧੋ ਧੋ ਕੇ ਪਾ ਕੇ ਦਿਖਾਉਣੇ ਸਾਨੂੰ, ਪਾ ਲਓ ਜਿੰਨੇ ਮਰਜ਼ੀ, ਤੁਸੀਂ ਕਿਹੜਾ ਵਰਤਨੇ ਨੇ, ਤੁਸੀਂ ਦੋ ਹੀ ਹੋ, ਤੁਹਾਡੇ ਘਰ ਪੁੱਤਰ ਤਾਂ ਹੈ ਹੀ ਨਹੀਂ, ਇਹ ਤੋਂ ਬਾਅਦ ਤੁਹਾਡੀ ਬੰਸ ਸਮਾਪਤ ਹੋ ਜਾਵੇਗੀ, ਤੇ ਮੇਰਾ ਪੁੱਤਰ ਮਿਹਰਬਾਨ, ਇਹ ਗੁਰਤਾ ਗੱਦੀ ਦਾ ਤਿਲਕ ਹੁਣ ਸਾਡੇ ਮਿਹਰਬਾਨ ਨੂੰ ਮਿਲੂਗਾ। ਹੱਕ ਤਾਂ ਇਹਦੇ ਪਿਤਾ ਜੀ ਸੀ ਬਾਬਾ ਬਿਰਥੀ ਚੰਦ ਜੀ, ਪਰ ਹੁਣ ਇਹ ਗੁਰਤਾ ਗੱਦੀ ਦਾ ਤਿਲਕ ਸਾਡੇ ਮਿਹਰਬਾਨ ਨੂੰ ਮਿਲ ਜੂਗਾ। ਅੱਗੇ ਉਹ ਤਖਤ ਉੱਤੇ ਬੈਠਣਗੇ, ਗੁਰੂ ਕਹਾਉਣਗੇ, ਸੰਗਤ ਆਊਗੀ, ਮੱਥਾ ਟੇਕੂ, ਚੌਰ ਹੋਇਆ ਕਰੂ ਉਹਨਾਂ ਦੇ ਸਿਰ ਤੇ। ਇਸ ਤਰ੍ਹਾਂ ਕਹਿਣ ਤੋਂ ਭਾਵ ਜਿਹੜਾ ਉਹਨਾਂ ਮਾਤਾ ਕਰਮੋ ਜੀ ਫਿਰ ਜਿਹੜਾ ਉਹ ਬੜੇ ਅਪਸ਼ਬਦ ਬੋਲਦੇ ਹਨ। ਮਾਤਾ ਕਰਮੋ ਜਦੋਂ ਬਸਤਰ ਪਾਉਣ ਜਾਂਦੀ ਹੈ, ਉਧਰ ਮਾਤਾ ਗੰਗਾ ਜੀ ਪਾਉਣ ਜਾਂਦੇ ਨੇ, ਤੇ ਮਾਤਾ ਕਰਮੋ ਜੀ ਬੜੇ ਪਿਆਰ ਵਿੱਚ ਆ ਕੇ ਮਾਤਾ ਗੰਗਾ ਜੀ ਨੂੰ ਕਹਿੰਦੇ ਨੇ, ਕਹਿੰਦੇ ਗੁਰਾਂ ਦੇ ਸੋਹਣੇ ਦੇਖ ਦਸਾਲੇ, ਤੇ ਪਿਆਰ ਵਿੱਚ ਆ ਕੇ ਮਾਤਾ ਕਰਮੋ ਜੀ ਖੜ ਜਾਂਦੀ ਹੈ, ਵੇਖਦੀ ਹੈ ਬਸਤਰ ਬੜੇ ਕੀਮਤੀ ਨੇ। ਮਾਤਾ ਗੰਗਾ ਜੀ ਵਾਹਿਗੁਰੂ ਵਾਹਿਗੁਰੂ ਕਰਦੇ ਆ, ਪਰਮਾਤਮਾ ਦੇ ਭਾਣੇ ਦੇ ਵਿੱਚ ਬਸਤਰ ਪਾ ਕੇ ਜਦੋਂ ਮੁੜ ਰਹੇ ਨੇ,
ਮਾਤਾ ਕਰਮੋ ਨੇ ਆਖਿਆ, ਕੀ ਕਹਿੰਦੀ ਹੈ ਜੀ? ਅੱਜ ਕਰਮੋ ਸੜਦੀ ਐ ਗੁਰਾਂ ਦੇ ਸੋਹਣੇ ਦੇਖ ਦਸਾਲੇ, ਅੱਜ ਕਰਮੋ ਸੜਦੀ ਐ ਗੁਰਾਂ ਦੇ ਸੋਹਣੇ ਦੇਖ ਦਸਾਲੇ ਜੀ, ਅੱਜ ਕਰਮੋ ਸੜਦੀ ਹੈ ਗੁਰਾਂ ਦੇ ਸੋਹਣੇ ਦੇਖ ਦਸਾਲੇ, ਅੱਜ ਕਰਮੋ ਸੜਦੀ ਹੈ ਗੁਰਾਂ ਦੇ ਸੋਹਣੇ ਦੇਖ ਦਸਾਲੇ, ਅੱਜ ਕਰਮੋ ਸੜਦੀ ਹੈ ਗੁਰਾਂ ਦੇ ਸੋਹਣੇ ਵੇਖ ਦਸਾਲੇ, ਅੱਜ ਕਰਮੋ ਸੜਦੀ ਹੈ ਗੁਰਾਂ ਦੇ ਸੋਹਣੇ ਵੇਖ ਦਸਾਲੇ। ਮਹਾਰਾਜਾ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਾਮ ਦੇ ਵਕਤ ਆਏ। ਸੱਚੇ ਪਾਤਸ਼ਾਹ ਅੱਜ ਕਰਮੋ ਨੇ ਆ ਕੁਝ ਆਖਿਆ। ਮਹਾਰਾਜ ਕਹਿਣ ਲੱਗੇ, ਕੀ ਗੱਲਾਂ ਨੇ ਇਹ? ਛੋਟੀਆਂ ਛੋਟੀਆਂ ਗੱਲਾਂ, ਇਹਨਾਂ ਵੱਲ ਧਿਆਨ ਨਹੀਂ ਦੇਈਦਾ। ਨਹੀਂ ਸੱਚੇ ਪਾਤਸ਼ਾਹ ਕਿਰਪਾ ਕਰੋ, ਇੱਕ ਪੁੱਤਰ ਦੀ ਦਾਤ। ਮਹਾਰਾਜ ਕਹਿਣ ਲੱਗੇ, ਮੈਂ ਇਹ ਜਿਹੜੀਆਂ ਦਾਤਾਂ ਨੇ ਨਾ ਆਪਣੇ ਪਿਆਰਿਆਂ ਨੂੰ ਦੇ ਦਿੱਤੀਆਂ। ਕੌਣ? ਧੰਨ ਬਾਬਾ ਬੁੱਢਾ ਜੀ। ਜਾਓ ਬਾਬੇ ਕੀ ਬੀੜ, ਉੱਥੇ ਬਾਬਾ ਬੁੱਢਾ ਜੀ ਰਹਿੰਦੇ ਨੇ, ਸੇਵਾ ਕਰਦੇ ਨੇ, ਤੁਸੀਂ ਉਹਨਾਂ ਕੋਲ ਚਲੇ ਜਾਓ। ਮਾਤਾ ਗੰਗਾ ਜੀ ਨੇ ਸ਼ਾਹੀ ਠਾਠ ਦੇ ਨਾਲ ਰਥ ਤਿਆਰ ਕੀਤਾ, ਸੇਵਾਦਾਰ ਲੈ ਨਾਲ, ਭੋਜਨ ਪਾਣੀ ਬਣਾ ਕੇ ਨਾਲ ਚੱਲ ਪਏ। ਸੰਗਤ ਬਹੁਤ ਹੈ। ਜਦੋਂ ਜਾਂਦੇ ਨੇ ਧੂੜ ਉੱਡਦੀ ਜਾਂਦੀ ਹੈ। ਬਾਬਾ ਬੁੱਢਾ ਜੀ ਤੇ ਬਾਬਾ ਬੁੱਢਾ ਜੀ ਦਾ ਪੋਤਰਾ ਹੈ ਜਿਹਦਾ ਨਾਮ ਹੈ ਭਾਈ ਭਾਨਾ ਜੀ, ਉਹ ਸੇਵਾ ਕਰਦੇ ਨੇ। ਖੁਰਪੀ ਨਾਲ ਇਸ ਤਰ੍ਹਾਂ ਬਾੜੀ ਗੁੱਡ ਰਹੇ ਨੇ, ਸਬਜ਼ੀ ਲਾਈ ਹੈ, ਹੋਰ ਲੰਗਰ ਵਾਸਤੇ ਕੀਮਤੀ ਵਸਤੂਆਂ ਲਾਈਆਂ ਨੇ। ਬਾਬਾ ਬੁੱਢਾ ਜੀ ਜਦੋਂ ਵੇਖਦੇ ਨੇ ਕਹਿੰਦੇ, ਭਾਨਿਆ, ਹਾਂ ਮਹਾਰਾਜ, ਆਹ ਦੇਖ ਕਿੰਨੀ ਧੂੜ ਉੱਡਦੀ ਆ ਰਹੀ ਹੈ। ਭਾਈ ਭਾਨਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਗੁਰੂ ਕੇ ਮਹਿਲ ਨੇ, ਮਾਤਾ ਗੰਗਾ ਜੀ ਆ ਰਹੇ ਨੇ। ਅੱਛਾ, ਬੜਾ ਰਥ ਬੱਗੀਆਂ ਤੇ ਸਵਾਰ ਹੋ ਕੇ ਆ ਰਹੇ ਨੇ, ਇਹਨਾਂ ਨੂੰ ਕੀ ਭਾਜੜਾ ਪੈ ਗਈ? ਇਹ ਸ਼ਬਦ ਕਹਿ ਦਿੱਤਾ, ਇਹਨਾਂ ਨੂੰ ਕੀ ਭਾਜੜਾ ਪੈ ਗਈ? ਬਾਬਾ ਭਾਨਾ ਜੀ ਕਹਿਣ ਲੱਗੇ, ਮਹਾਰਾਜ ਬਚਨ ਦੇਖ ਕੇ ਕਰਿਆ ਕਰੋ, ਤੁਹਾਡੀ ਜਿਹੜੀ ਜਵਾਨ ਹੈ 2 ਧਾਰੇ ਖੰਡੇ ਦਾ ਕੰਮ ਕਰਦੀ ਹੈ। ਤੇ ਨਾਲ ਹੀ ਬਚਨ ਕਰ ਦਿੱਤਾ, ਭੰਨਿਆ, ਉਹ ਮੈਂ ਜਾਣਾ ਤੇ ਗੁਰੂ ਕੇ ਮਹਿਲ ਜਾਣਨ, ਤੇ ਤੂੰ ਵਿਚਾਲੇ ਕਿਉਂ ਸੂਰ ਵਾਂਗੂ ਘੁਰ ਲਾਈ ਹੈ। ਬਾਬੇ ਭਾਨੇ ਨੇ ਚਰਨ ਫੜ ਲਏ, ਸੱਚੇ ਪਾਤਸ਼ਾਹ ਹੁਣ ਮੈਨੂੰ ਪਤਾ ਸੂਰ ਤਾਂ ਬਣਨਾ ਪਊਗਾ, ਪਰ ਮੇਰੀ ਮੁਕਤੀ ਇਸੇ ਧੂੜੀ ਵਿੱਚ ਹੋਊਗੀ। ਵਾਪਸ ਮੁੜ ਕੇ ਮਾਤਾ ਗੰਗਾ ਜੀ, ਸ਼ਾਮ ਦਾ ਵਕਤ ਹੋਇਆ, ਗੁਰੂ ਅਰਜਨ ਦੇਵ ਮਹਾਰਾਜ ਜੀ ਆਏ। ਪੁੱਛਿਆ, ਕੀ ਹੋ ਗਿਆ? ਗਏ ਸੀ? ਹਾਂ, ਪਰ ਬਾਬੇ ਬੁੱਢੇ ਨੇ ਤਾਂ ਸ਼ਬਦ ਕਹਿ ਦਿੱਤੇ, ਸਾਨੂੰ ਗੁਰੂ ਕਹਿ ਨੂੰ ਕੀ ਭਾਜੜਾ ਪਈ ਹੈ। ਕਿਵੇਂ ਗਏ ਸੀ? ਕਹਿਣ ਲੱਗੇ, ਅਸੀਂ ਤਾਂ ਸ਼ਾਹੀ ਠਾਠ ਦੇ ਨਾਲ ਰਥ ਬੱਗੀਆਂ ਤੇ ਗਏ ਸੀ, ਸੇਵਾਦਾਰ ਨਾਲ ਸੀ, ਸੇਵਾਦਾਰਨੀਆਂ ਬੀਬੀਆਂ ਨਾਲ ਸੀ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਗੁਰੂ ਕੋਲੇ ਜਾਣਾ ਹੋਵੇ, ਗੁਰੂ ਦੇ ਸੁਪੁੱਤਰ ਕੋਲੇ ਜਾਣਾ ਹੋਵੇ, ਉਹ ਜਿਹਨੇ ਗੁਰੂ ਨਾਨਕ ਦੇ ਘਰ ਵਿੱਚ ਬਖਸ਼ਿਸ਼ਾਂ ਲਈਆਂ ਨੇ, ਤੇ ਲੈਣ ਜਾਣਾ ਹੋਵੇ ਪੁੱਤਰ, ਤੇ ਜਾਓ ਠਾਠ ਸ਼ਾਹੀ ਠਾਠ ਨਾਲ ਇਹ ਨਹੀਂ ਹੋ ਸਕਦਾ। ਜੇ ਕੋਈ ਵਸਤੂ ਲੈਣੀ ਹੈ ਤਾਂ ਫਿਰ ਤੁਹਾਨੂੰ ਉਹ ਜਿਹੜਾ ਨਮਾਣਿਆਂ ਦੇ ਮਾਣ ਬਣ ਕੇ ਜਾਣਾ ਪਊ, ਨਤਾਣਿਆਂ ਦੇ ਤਾਣ ਬਣ ਕੇ ਜਾਣਾ ਪਊਗਾ। ਹੁਣ ਅਗਲੇ ਦਿਨ ਮਾਤਾ ਗੰਗਾ ਜੀ ਨੇ ਇਸ਼ਨਾਨ ਧਿਆਨ ਕੀਤਾ, ਚਰਨਾਂ ਵਿੱਚ ਜੋੜੇ ਉਤਾਰ ਦਿੱਤੇ। ਆਪ ਜਿਹੜੇ ਵਿੰਗੇ ਟੇਢੇ ਪ੍ਰਸ਼ਾਦੇ ਬਣਾ ਕੇ ਟੋਕਰਾ ਭਰ ਲਿਆ, ਲੱਸੀ ਰੱਖ ਲਈ, ਅਚਾਰ ਗੰਢਾ ਸਭ ਕੁਝ ਰੱਖ ਕੇ ਸਿਰ ਤੇ ਚੁੱਕ ਲਿਆ। ਇੱਕ ਜਿਹੜੀ ਨਾਲ ਸੇਵਾਦਾਰਨੀ ਬੀਬੀ ਬਚਦਾ ਸਮਾਨ ਉਹਨੂੰ ਫੜਾਤਾ। ਜੇ ਤੁਰੇ ਜਾਂਦੇ ਨੇ ਫੇਰ ਕਿੱਥੇ? ਧੰਨ ਬਾਬਾ ਬੁੱਢਾ ਜੀ ਕੋਲ, ਜਿਹਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ, ਬਾਬੇ ਬੁੱਢੇ ਇਹ ਵਰ ਦੀਨਾ। ਬਾਬੇ ਬੁੱਢੇ ਨੂੰ ਇਹ ਵਰ ਦਿੱਤਾ ਗੁਰੂ ਨਾਨਕ ਨੇ। ਤੇ ਅੱਜ ਉਸ ਬਾਬੇ ਕੀ ਭੀੜ ਪਹੁੰਚ ਗਈ। ਦੇਖ ਕੇ ਬਾਬਾ ਬੁੱਢਾ ਜੀ ਨੇ ਕਿਹਾ, ਉਹ ਮਾਤਾ ਜੀ ਆ ਰਹੇ ਨੇ। ਉੱਠ ਕੇ ਅੱਗੇ ਜਾ ਕੇ ਹੋ ਕੇ ਮੱਥਾ ਟੇਕਿਆ ਤੇ ਨਾਲ ਸ਼ਬਦ ਕਹਿ ਦਿੱਤਾ, ਮਾਤਾ ਜੀ ਬੜੀ ਭੁੱਖ ਲੱਗੀ ਹੈ। ਉਹ ਪੁੱਤਰਾਂ ਨੂੰ ਜਦੋਂ ਭੁੱਖ ਲੱਗੀ, ਉਹਦੀ ਸਾਰ ਤਾਂ ਕੇਵਲ ਤੇ ਕੇਵਲ ਇੱਕ ਮਾਂ ਨੂੰ ਹੁੰਦੀ ਹੈ। ਤੇ ਆਪ ਕਿਰਪਾ ਕਰੋ, ਤੁਸੀਂ ਧੰਨੋ, ਤੇ ਮੇਰੇ ਆਪਣੇ ਪੁੱਤਰਾਂ ਵਾਸਤੇ ਪ੍ਰਸ਼ਾਦਾ ਲੈ ਕੇ ਆਓ। ਬਾਬਾ ਜੀ ਚਲੋ ਛਕੋ ਪ੍ਰਸ਼ਾਦਾ, ਬੈਠੋ ਆਸਣ ਤੇ। ਮਹਾਰਾਜ ਇੱਥੇ ਹੀ ਧੰਨ ਬਾਬਾ ਬੁੱਢਾ ਜੀ ਕਹਿਣ ਲੱਗੇ, ਇੱਥੇ ਬਹਿ ਜਾਓ।
बैठ गए बाबा बुढ़ा जी, प्रशादे अगे रख दिते, बट दे उत्ते बैठे ने ते धन बाबे बुढ़े ने भोजन लिया, हथ उत्ते रख लिया, चार रख लिया, लस्सी का कौला भर के रख लिया, गंढा चुक लिया। तो फिर इतिहास में भाई संतोख सिंह जी लिखते ने, कहते जदों बाबे बुढ़े ने अपने गोडे उत्ते रख के ना गंढा भन्निया ते नाल वचन कर दिता, माता तेरे घर दे विच इहो जिहा पैदा होऊगा पुत्र जिहड़ा इस तरह मुगलों के सिर भन्न दूगा। बाबे बुढ़े ये वर दीना। तन माता गंगा जी छका के भोजन वापस मुड़ाए ते बाबे बुढ़े ने फिर ये प्यार बचा के वर दे दिता। की कहते चार पंज प्याले पंज पीर, छठम पीर बैठा गुर भारी, अर्जन काया पलट कै मूरत हर गोबिंद सुवारी, चली पीढ़ी सोटियां रूप दिखावन बारो बारी, दल भंजन गुर सूरमा बड़ जोधा बहो परोपकारी। बाबे बुढ़े ने प्यार दे विच आके भाई गुरदास जी कहते वर दिता। अज भी जाते ने उत्थे प्यार विच आके बड़े शरधा अनुसार जिहड़ी सुखना सुखदे ने उन्हां दी पूरी हुंदी है। भाई गुरदास जी कहते बाबे बुढ़े ने यह गल कह दी। महाराज जी के अपनी पावन बाणी अंदर भाई गुरदास जी फरमान करते हैं। महाराज जी की कहते बड़ा जोधा ते पारे उपकारी, काल पंजन गुरु जोधा ते पारे उपकारी, काल पंजन गुरु सूरमा, बड़ा जोधा ते उपकारी, काल पंजन गुरु सूरमा, बड़ा जोधा बड़े उपकारी, काल पंजन गुरु सूरमा, जोधात पारे उपकारी, काल पंजन गुरु सूरमा, बड़ा जोधा बड़े उपकारी, काल पंजन गुरु सूरमा। धन बाबे बुढ़े की कृपा का सदका फिर ना गुरु अर्जन देव महाराज के घर दे विच फिर गुरु हरगोबिंद महाराज जी का अवतार होया। विरोधियों के घर दे विच फिर दीवे बुझ गए। ओए गुरता गद्दी का तिलक तो सानू मिलना सी, साडे मेहरबान नूं मिलना सी, बाबे पिरथी चंद दे पुत्र नूं मिलना सी। ते इन्हां दे घर दे विच तां जिहड़ा ओह साहिबजादे ने भी जन्म लै लिया। ते बस फिर ईरखा बढ़ती गई। बाबे पिरथी चंद के मन में बहुत ज़्यादा ईरखा हुई। ये सुनेहा जाके फिर जहांगीर नूं जिहड़ा ओह दस्सिया गया। जहांगीर नूं कहण लगे मेरा भरा है जिहड़ा छोटा, मेरे पिता ने गुरता गद्दी का तिलक मेरे छोटे भरा नूं दे दिता। ਉਹ ਆਪ ਮਾਲਕ बन के बह गया ਤੇ मैं ਵੱਡਾ पुत्र हाँ ਤੇ ਮੈਨੂੰ घर ਦੇ ਵਿੱਚੋਂ ਕੱਢ ਦਿੱਤਾ। ਗੁਰਤਾ ਗੱਦੀ ਉਤੇ ਸੰਗਤ ਉਹਨੂੰ ਮੱਥਾ ਟੇਕਦੀ ਹੈ ਤੇ ਕਿਰਪਾ ਕਰੋ ਮੇਰੇ ਪੁੱਤਰ ਨੂੰ ਗੁਰਤਾ ਗੱਦੀ ਦਾ ਤਿਲਕ ਦਵਾ ਦਿਓ। ਕਹਿਣ ਲੱਗੇ ਤੁਹਾਡਾ ਪੁੱਤਰ ਕਿਹੜਾ ਹੈ, ਕੀ ਨਾਮ ਹੈ? ਮਿਹਰਬਾਨ ਮੇਰੇ ਪੁੱਤਰ ਦਾ ਨਾਮ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਹੋ ਵੀ ਗੁਰਤਾ ਗੱਦੀ ਦਾ ਤਿਲਕ ਮੇਰੇ ਪੁੱਤਰ ਮਿਹਰਬਾਨ ਨੂੰ ਦੇ ਦੇਵੇ। ਤੇ ਉਹਨਾਂ ਦੇ ਘਰ ਦੇ ਵਿੱਚ ਹੁਣ ਪੁੱਤਰ ਹੋ ਗਿਆ, ਅੱਗੇ ਦੀ ਅੱਗੇ ਗੱਦੀ ਚੱਲ ਪੈਣੀ ਉਹਨਾਂ ਦੀ। ਪਿਰਥੀ ਚੰਦ ਨੇ ਇਹ ਵੀ ਸੁਨੇਹਾ ਜਾ ਕੇ ਔਰੰਗਜ਼ੇਬ ਨੂੰ ਵਾਹਿਗੁਰੂ ਜੀ ਜਹਾਂਗੀਰ ਨੂੰ ਦੇ ਦਿੱਤਾ। ਮੈਨੂੰ ਗੁਰਤਾ ਗੱਦੀ ਨਹੀਂ ਮਿਲੀ, ਦੂਜਾ ਉਹਨਾਂ ਦੇ ਪੁੱਤਰ ਹੋ ਗਿਆ। ਮੇਰੇ ਪਿਤਾ ਨੇ ਗੁਰਤਾ ਗੱਦੀ ਦਾ ਤਿਲਕ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੇ ਦਿੱਤਾ ਤੇ ਹੁਣ ਕਿਰਪਾ ਕਰ ਦਿਓ। ਪਿਰਥੀ ਚੰਦ ਨੇ ਇੱਕ ਚਿੱਠੀ ਲੈ ਕੇ ਜਹਾਂਗੀਰ ਵੱਲ ਕੱਲੀ। ਉਹਦੇ ਕੀ ਦੋ ਬੋਲ ਸਨ ਪਹਿਲੇ ਜਿਹੜੇ ਪਿਰਥੀ ਚੰਦ ਨੇ ਲਿਖੇ। ਉਹ ਕੀ ਕਹਿੰਦਾ? ਗੁਰੂ ਅਰਜਨ ਤੋਂ ਦਵਾ ਦੋ ਗੱਦੀ ਮਿਹਰਬਾਨ ਨੂੰ, ਗੁਰੂ ਅਰਜਨ ਤੋਂ ਦਵਾ ਦੋ ਗੱਦੀ ਮਿਹਰਬਾਨ ਨੂੰ, ਅਰਜਨ ਤੋਂ ਦਵਾ ਦੋ ਗੱਦੀ ਮਿਹਰਬਾਨ ਨੂੰ, ਗੁਰੂ ਅਰਜਨ ਤੋਂ ਦਵਾ ਦੋ ਗੱਦੀ ਮਿਹਰਬਾਨ। ਗੱਜ ਕੇ ਬਈ ਬੋਲੋ ਅਰਜਨ ਤੋਂ ਦਵਾ ਦੋ ਗੱਦੀ ਮਿਹਰਬਾਨ ਨੂੰ, ਗੁਰੂ
ਅਰਜਨ ਤੋਂ ਦਵਾ ਦਿਓ ਗੱਦੀ ਮਿਹਰਬਾਨ ਨੂੰ। ਗੱਦੀ ਮਿਹਰਬਾਨ ਨੂੰ, 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 ਓ ਗੱਦੀ ਮਿਹਰਬਾਨ ਨੂੰ, 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 ਗੱਦੀ ਮਿਹਰਬਾਨ ਨੂੰ। ਗੁਰੂ ਅਰਜਨ ਤੋਂ ਦਵਾ ਦਿਓ 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 ਗੱਦੀ ਮਿਹਰਬਾਨ ਨੂੰ। ਆਪ ਕਹਿਣ ਤੋਂ ਬੜੀ ਈਰਖਾ ਕਰੀ ਬਾਬੇ ਪ੍ਰਿਥੀ ਚੰਦ ਨੇ। ਫਿਰ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ, ਛੋਟੀ ਜੀ ਅਵਸਥਾ ਹੈ ਜਿਹੜਾ ਗੁਰੂ ਹਰਗੋਬਿੰਦ ਮਹਾਰਾਜ ਨੂੰ ਉਹ ਇੱਕ ਬ੍ਰਾਹਮਣ ਹੈ, ਖਿਡਾਵਾ ਹੈ, ਉਹ ਖਿਡਾਉਂਦਾ ਹੈ, ਰੋਜ਼ ਉਹਦੀ ਸੇਵਾ ਕਰਦਾ ਹੈ। ਬਾਬੇ ਪ੍ਰਿਥੀ ਚੰਦ ਨੇ ਆਖਿਆ ਪੁੱਤਰ ਤਾਂ ਹੋ ਗਿਆ, ਹੁਣ ਇਹਨੂੰ ਕਿਸੇ ਨਾ ਕਿਸੇ ਲੋਟੇ ਦਾ ਸਫਾਇਆ ਕਰ ਦਈਏ ਵਿਚਾਲੋਂ। ਉਹ ਖਿਡਾਵੇ ਨੂੰ ਖਰੀਦਿਆ ਗਿਆ। ਕਹਿਣ ਲੱਗੇ ਇਉਂ ਕਰ, ਤੂੰ ਗੁਰੂ ਹਰਗੋਬਿੰਦ ਮੱਝ ਨੂੰ ਖਿਡਾਉਣਾ ਹੈ? ਉਹ ਕਹਿਣ ਲੱਗਿਆ ਜੀ ਹਾਂ। ਆ ਚੱਕ 500 ਸੋਨੇ ਦੀ ਮੋਹਰ। ਉਸ ਖਿਡਾਵੇ ਨੇ ਆਖਿਆ ਜੀ ਇਹ ਕੀ ਕਰਨਾ? ਕਹਿਣ ਲੱਗੇ ਤੂੰ 500 ਸੋਨੇ ਦੀ ਮੋਹਰ ਫੜ ਪਹਿਲਾਂ, ਫਿਰ ਤੈਨੂੰ ਕੰਮ ਦੱਸੂਗਾ। ਹਾਂ ਦੱਸੋ। ਕਹਿੰਦੇ ਆ ਲੈ ਜ਼ਹਿਰ ਦੀ ਪੁੜੀ, ਗੁਰੂ ਹਰਗੋਬਿੰਦ ਮੱਝ ਨੂੰ ਜਾ ਕੇ ਦੇ ਦੀ, ਉਹ ਸਮਾਪਤ ਹੋ ਜਾਣਗੇ। 500 ਮੋਹਰ ਤੈਨੂੰ ਮੈਂ ਫੇਰ ਦੇ ਦੂੰ, 1000 ਮੋਹਰ ਦੇ ਦੂੰਗਾ ਪੂਰੀ। ਉਹਨੇ ਕਿਹਾ ਵਾਹਿਗੁਰੂ ਵਾਹਿਗੁਰੂ, ਐਡਾ ਪਾਪ, ਇਹ ਪਾਪ ਮੈਥੋਂ ਨਹੀਂ ਹੋਣਾ। ਫਿਰ ਪ੍ਰਿਥੀਏ ਨੇ ਕਿਹਾ ਦੇਖ ਲੈ, ਜੇ ਤਾਂ ਕਰ ਦੇਗਾ ਤਾਂ ਠੀਕ ਹੈ, ਤੈਨੂੰ 1000 ਮੋਹਰ ਮਿਲ ਜੂ। ਜੇ ਤੂੰ ਨਾ ਕੀਤਾ ਮੈਂ ਤੈਨੂੰ ਜਹਾਂਗੀਰ ਬਾਦਸ਼ਾਹ ਤੋਂ ਮਰਵਾ ਦਿਆਂਗਾ, ਮੇਰੀ ਥਾਣੇ ਦਰਬਾਰੇ ਵਧੀਆ ਚੱਲਦੀ ਹੈ। ਉਹ ਡਰ ਗਿਆ। ਇੱਕ ਸੇਵਾਦਾਰ ਸੀ, ਬ੍ਰਾਹਮਣ ਘਰ ਦੇ ਵਿੱਚ ਜਨਮ ਲੈਣ ਵਾਲਾ, ਡਰ ਗਿਆ ਜੇ ਤਾਂ ਮੈਂ ਨਾ ਕੀਤਾ ਕੰਮ ਤਾਂ ਮੈਨੂੰ ਮੌਤ, ਸਜਾਏ ਮੌਤ ਹੈ। ਜੇ ਮੈਂ ਕਰਦਾ ਮੋਹਰਾਂ ਮਿਲਣਗੀਆਂ। ਇੱਕ ਪਾਸੇ ਲਾਲਚ, ਇੱਕ ਪਾਸੇ ਡਰ। ਹੁਣ ਸੋਚਦਾ ਮੈਂ ਕਿਹੜੀ ਵੇੜੀ ਤੇ ਸਵਾਰ ਹੋਵਾਂ। ਅੰਦਰੋਂ ਜ਼ਮੀਰ ਜਾਗਦੀ ਹੈ ਉਹ ਏਡਾ ਵੱਡਾ ਪਾਪ ਕਰੇਗਾ, ਤੇ ਦੂਜੇ ਪਾਸੇ ਜ਼ਮੀਰ ਇੱਕ ਪਾਸੇ ਉਹੀ ਕਹਿਣ ਲੱਗਿਆ ਲੈ ਲਾ, 1000 ਮੋਹਰ ਸੋਨੇ ਦੀ ਮਿਲੂਗੀ। ਗੁਰੂ ਅਰਜਨ ਦੇਵ ਮੱਝ ਨੂੰ ਕਿਹੜਾ ਮੈਂ ਦੱਸਣਾ ਵੀ ਮੈਂ ਜ਼ਹਿਰ ਪਾ ਕੇ ਲੈ ਕੇ ਆਇਆ। ਉਹਨੇ ਪੁੜੀ ਜ਼ਹਿਰ ਦੀ ਫੜ ਲਈ, ਤੇ ਜ਼ਹਿਰ ਦੀ ਪੁੜੀ ਫੜ ਕੇ ਤੇ ਆਪਣੇ ਗੋਝੇ ਵਿੱਚ ਪਾ ਲਈ, 500 ਮੋਹਰ ਫੜ ਲਈ, ਤੇ ਅੱਗੇ ਨੂੰ ਹੁਣ ਤੁਰ ਪਿਆ, ਵੱਧ ਪਿਆ। ਲਾਲਚ ਕਿੰਨੀ ਮਨ ਹੋ ਗਿਆ। ਜਿਹਨੂੰ ਮਹਾਰਾਜ ਜੀ ਲਿਖਦੇ ਨੇ ਪਾਪੀ ਕਰਮ ਕਮਾਮਦੇ ਕਰਦੇ ਹਾਏ ਹਾਏ, ਨਾਨਕ ਜੋ ਮੱਥਨ ਮਧਾਣੀਆਂ ਤੇ ਉਹ ਮੱਥੇ ਧਰਮ ਰਾਏ। ਇਸ ਕਰਕੇ ਫਿਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਤਖਤਾਂ ਉੱਤੇ ਬੈਠੇ ਨੇ। ਖਿਡਾਵਾ ਗਿਆ, ਉਹ ਜ਼ਹਿਰ ਦੀ ਪੁੜੀ ਦਹੀਂ ਦੇ ਵਿੱਚ ਝਾੜ ਦਿੱਤੀ, ਚਮਚੇ ਨਾਲ ਹਿਲਾ ਦਿੱਤੀ, ਤੇ ਫਿਰ ਗੁਰੂ ਹਰਗੋਬਿੰਦ ਮਹਾਰਾਜ ਨੂੰ ਆਪਣੀ ਗੋਦ ਵਿੱਚ ਲੈ ਕੇ ਜਿਸ ਨੂੰ ਖਵਾਉਣ ਲੱਗਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਉੱਚੀ ਉੱਚੀ, ਗੁਰੂ ਹਰਗੋਬਿੰਦ ਮਹਾਰਾਜ ਜੀ ਉੱਚੀ ਉੱਚੀ ਰੋਣ ਲੱਗ ਪਏ। ਬਹੁਤ ਰੋਏ ਉੱਚੀ ਉੱਚੀ। ਗੁਰੂ ਅਰਜਨ ਦੇਵ ਮਹਾਰਾਜ ਜੀ ਪੁੱਛਦੇ ਨੇ, ਕਹਿਣ ਲੱਗੇ ਸੇਵਾਦਾਰ ਨੂੰ ਕੀ ਕਾਰਨ ਅੱਜ ਮਹਾਰਾਜ ਦਹੀਂ ਨਹੀਂ ਖਾ ਰਹੇ? ਕਹਿੰਦੇ ਸੱਚੇ ਪਾਤਸ਼ਾਹ ਪਤਾ ਨਹੀਂ ਹੈ। ਦੇਖੋ ਉਮਰ ਕਰਕੇ ਛੋਟੇ ਨੇ, ਪਰ ਉਹ ਜਾਣੀ ਜਾਣ ਪਤਾ ਸਭ ਕੁਝ ਹੈ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਲਿਆ ਮੈਂ ਖਵਾ ਦਿੰਦਾ, ਇਹ ਦਹੀਂ ਜਿਹੜੀ ਹੈ ਨਾ ਮੈਨੂੰ ਫੜਾ ਦੇ, ਮੈਂ ਖਵਾ ਦਿੰਦਾ। ਤੇ ਉਹ ਜਿਹੜਾ ਖਿਡਾਵਾ ਸੀ ਉਹਦੇ ਮਨ ਵਿੱਚ ਆ ਗਿਆ, ਮੇਰੇ ਜਿਹੜੇ ਅਵਗੁਣ ਨੇ, ਜਿਹੜੇ ਮੇਰੇ ਪਾਪ ਨੇ, ਹੁਣ ਉਹ ਸਾਹਮਣੇ ਆ ਜਾਣਗੇ।
ਤੇ ਪਿਆਰ ਵਿੱਚ ਆ ਕੇ ਬਸ ਦਹੀਂ ਦੀ ਕੌਲੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਫੜਾ ਦਿੱਤੀ। ਜਿਵੇਂ ਖਵਾਈ ਉਹ ਕੱਲ੍ਹ ਨੂੰ ਤੁਹਾਡੇ ਨਾਲ ਸਾਂਝੀ ਕਰਾਂਗੇ। ਬਹੁਤ ਬਹੁਤ ਧੰਨਵਾਦ ਹੈ। ਆਓ ਸਾਰੇ ਜੁੜਿਓ। ਸੁਖਮਨੀ ਸਾਹਿਬ ਦੇ ਪਾਠ, ਜਪਜੀ ਸਾਹਿਬ ਦੇ ਪਾਠ, ਚੌਪਈ ਸਾਹਿਬ ਦੇ ਪਾਠ ਇਹ ਨਿਰੰਤਰ ਤਕਰੀਬਨ ਸ਼ੁਰੂ ਹਨ ਤੇ ਵੱਧ ਤੋਂ ਵੱਧ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ ਭਾਈ। ਸ਼ਾਮ ਦੇ ਵਕਤ 4 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਹੋ ਜਾਣਗੇ। ਉਪਰੰਤ ਫਿਰ ਸ੍ਰੀ ਚੌਪਈ ਸਾਹਿਬ ਦੇ ਪਾਠ, ਫਿਰ ਸ੍ਰੀ ਆਨੰਦ ਸਾਹਿਬ ਜੀ ਕੇ ਪਾਠ, ਉਪਰੰਤ ਫਿਰ ਅਰਦਾਸ ਹੁੰਦੀ ਹੈ। ਅਰਦਾਸ ਇਹ ਨਹੀਂ ਕਿਹਾ ਜਾਂਦਾ ਜਿਨ੍ਹਾਂ ਭੈਣਾਂ ਨੇ ਪਾਠ ਕੀਤਾ ਮਹਾਰਾਜ ਉਹਨਾਂ ਨੂੰ ਤੰਦਰੁਸਤੀ ਬਖਸ਼ੀ। ਇਹ ਜਿਤਨੀਆਂ ਸੰਗਤਾਂ ਬੈਠਦੀਆਂ ਨੇ ਪਾਠ ਕਰਦੀਆਂ ਨੇ, ਨਹੀਂ ਕਰਦੀਆਂ ਅਰਦਾਸ ਸਾਰਿਆਂ ਦੇ ਪਰਥਾਈ ਹੁੰਦੀ ਹੈ। ਇਸ ਕਰਕੇ ਜ਼ਰੂਰ ਬੇਨਤੀ ਪ੍ਰਵਾਨ ਕਰੋ। ਸ਼ਾਮ ਦੇ ਵਕਤ ਭਾਈ ਵੱਧ ਚੜ੍ਹ ਕੇ ਸੰਗਤਾਂ, ਵੀਰ ਭੈਣ ਭਰਾਵਾਂ, ਬੱਚੇ ਜਿਤਨੇ ਵੀ ਨੇ ਉਹ ਆ ਕੇ ਬਾਣੀ ਸੁਣੋ। ਸੁਣਨ ਦਾ ਵੀ ਬਹੁਤ ਵੱਡਾ ਇੱਕ ਮਹੱਤਵ ਹੈ ਤੇ ਆਪਾਂ ਸਾਰੇ ਬਾਣੀ ਪੜ੍ਹੀਏ। ਗੁਰੂ ਅਰਜਨ ਦੇਵ ਮਹਾਰਾਜ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਅੱਜ ਤਕਰੀਬਨ 11 ਤਰੀਕ ਹੋ ਗਈ ਤੇ 15 ਤਰੀਕ ਦਾ ਮਹਾਰਾਜ ਦਾ ਦਿਹਾੜਾ ਹੈ। ਆਪਾਂ 15 ਤਰੀਕ ਤੱਕ ਇਹ ਜਿਹੜਾ ਹੈ ਬਾਣੀ ਪੜ੍ਹ ਕੇ ਆਪਣਾ ਜੀਵਨ ਸਫਲ ਬਣਾਈਏ। ਬੇਨਤੀ ਪ੍ਰਵਾਨ ਕਰਿਓ। ਅੱਜ ਦੀ ਜੋ ਦੇਗ ਦੀ ਸੇਵਾ ਹੈ ਇੱਧਰ ਸੁਖਮਨੀ ਸਾਹਿਬ ਦੇ ਪਾਠਾਂ ਵੱਲ ਉਹ ਮੇਰੇ ਵੱਡੇ ਵੀਰ ਭਾਈ ਗੋਬਿੰਦ ਸਿੰਘ ਜੀ ਲਾਹਾ ਹੀ ਹੁੰਦਾ ਹੈ ਵੀ। ਬਸ ਤੁਸੀਂ ਉਹ ਦੂਸਰੇ ਲੋੜ ਸੋਚ ਕੇ ਵੇਖ ਲਿਓ ਬਈ ਜਿਹੜਾ ਇਹ ਭਾਵੇਂ ਥੋੜਾ ਵੀ ਹੈ ਇਹ ਗੁਰੂ ਕੇ ਲਿਖੇ ਵਿੱਚ ਲੱਗਦਾ ਹੈ। ਤੇ ਦੂਸਰਾ ਅਵਰ ਕਾਜ ਤੇਰੇ ਕਿਤੇ ਨਾ ਕੰਮ ਮੈਂ ਇੱਥੋਂ ਸ਼ੁਰੂ ਕੀਤਾ ਸੀ ਬਈ ਉਹ ਵੀ ਕੰਮ ਦੇਖ ਲਿਓ। ਤੇ ਇੱਧਰ ਜਦੋਂ ਅਰਦਾਸ ਹੋਈ ਉਦੋਂ ਵੀ ਭਲੇ ਦੀ ਅਰਦਾਸ ਹੋਣੀ ਹੈ। ਉਹ ਦੇਖਦਾ ਕਿਣਕਾ ਕਿਣਕਾ ਕਿਸੇ ਦੇ ਹੱਥ ਉੱਤੇ ਟਿਕ ਗਿਆ। ਛਕਣ ਵਾਲੇ ਦੇ ਮੁਖ ਵਿੱਚੋਂ ਵਾਹਿਗੁਰੂ ਨਿਕਲਿਆ ਤੇ ਛਕਣ ਵਾਲੇ ਦੇ ਉਹ ਹੱਥ ਵਿੱਚ ਗੁਟਕਾ ਹੋਇਆ ਬਾਣੀ ਦਾ। ਉਹਨੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਹੋਇਆ ਤੇ ਉਹ ਦੇਖਦਾ ਕਿਣਕਾ ਅੰਦਰ ਚਲੇਗਾ, ਉਹਦੇ ਨਾਲ ਭਲਾ ਹੋ ਜਾਂਦਾ ਹੈ ਸਾਡਾ। ਇਸ ਕਰਕੇ ਗੁਰੂ ਨਾਨਕ ਦਾ ਕੰਮ ਹੈ। ਇਹ ਆਮ ਦਾ ਕੰਮ ਤਾਂ ਹੈ ਨਹੀਂ ਬਈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਹੈ, ਆਹ ਬੰਦੇ ਦਈਦਾ। ਇਹ ਗੁਰੂ ਨਾਨਕ ਦਾ ਕੰਮ, ਉਹਨੇ ਆਪੇ ਕਰਾ ਲੈਣਾ। ਤੇ ਕੱਲ ਮੈਨੂੰ 2-3 ਸੰਗਤਾਂ ਨੇ ਸੰਦੇਸ਼ੇ ਦਿੱਤੇ ਸਾਡੀ ਦੇਖ ਕਰ ਦਿਓ, ਸਾਡੀ ਦੇਖ ਕਰ ਦਿਓ। ਮੈਂ ਕਿਹਾ ਹੁਣ ਭਾਈ ਗੋਬਿੰਦ ਸਿੰਘ ਕਹਿ ਗਿਆ ਪਹਿਲਾਂ ਉਹਨਾਂ ਦੀ, ਫਿਰ ਸਤਿਕਾਰਯੋਗ ਭਾਈ ਡੀਲਾ ਸਿੰਘ ਜੀ, ਮਾਤਾ ਗਿਆਨ ਕੌਰ ਜੀ ਸਾਡੇ ਚਾਚੀ ਜੀ ਉਹਨਾਂ ਵੱਲੋਂ, ਫਿਰ ਅਗਲੇ ਦਿਨ ਭਾਈ ਗੁਰਜੰਟ ਸਿੰਘ ਜੀ ਦੁਕਾਨ ਵਾਲੇ, ਭੈਣ ਨਿਰਮਲ ਕੌਰ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ। ਅੱਗੇ ਅੱਗੇ ਜਿਵੇਂ ਮਾਲਕ ਨੇ ਸਿਰ ਤੇ ਮਿਹਰ ਭਰੇ ਹੱਥ ਰੱਖਿਆ ਉਸੇ ਤਰ੍ਹਾਂ ਸੇਵਾ ਆਪਣੀ ਚਲਦੀ ਰਹਿਣੀ ਹੈ। ਤੇ ਨਾਲ ਨਾਲ ਬੇਨਤੀ ਹੈ 15 ਤਰੀਕ ਨੂੰ ਗੁਰੂ ਕਾ ਲੰਗਰ ਵੀ ਤਿਆਰ ਹੋਣਾ। ਉਹਦੇ ਕਹਾੜ ਦੀ ਸੰਗਰਾਂਦ ਹੈ ਜਿੱਥੇ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਦਾ ਦਿਹਾੜਾ ਮਨਾਉਣਾ ਹੈ। ਉੱਥੇ ਸਾਡੇ ਗੁਰਦੇਵ ਸੰਤ ਬਾਬਾ ਨਰੈਣ ਸਿੰਘ ਜੀ ਮੋਹਨੀ, ਉਹਨਾਂ ਦੇ ਜਿਹੜੇ ਉਸਤਾਦ ਵਿਦਿਆ ਦਾਤੇ ਗੁਰੂ ਉਹਨਾਂ ਦੇ ਬਾਬਾ ਕਿਰਪਾ ਸਿੰਘ ਮਹਾਰਾਜ, ਇੱਕ ਹਾੜ ਨੂੰ ਫਿਰ ਉਹਨਾਂ ਨੇ ਅੰਮ੍ਰਿਤ ਵੇਲੇ ਆਪਣੇ ਸਰੀਰ ਦਾ ਪਰਿਤਿਆਗ ਕੀਤਾ। ਉਹਨਾਂ ਮਹਾਂਪੁਰਖਾਂ ਦੀ ਵੀ ਯਾਦ ਹੈ ਤੇ ਇੱਧਰ ਗੁਰੂ ਅਰਜਨ ਦੇਵ ਮਹਾਰਾਜ ਦੀ ਵੀ ਯਾਦ ਹੈ। ਆਓ ਸਾਰੇ ਜੁੜਿਓ। ਬਹੁਤ ਬਹੁਤ ਧੰਨਵਾਦ ਹੈ। ਜ਼ਰੂਰ ਬੇਨਤੀ ਹੈ ਭਾਈ ਸਮੇਂ ਵਿੱਚ ਸਮਾਂ ਕੱਢ ਕੇ ਸਹੀ 4 ਵਜੇ ਨੂੰ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਿਓ। ਰਾਮ ਕਲੀ ਮਹਲਾ ਤੀਜਾ। नंद को ओंकार सतगुरु प्रसाद नंद पया मेरी माए सतगुरु मैं पाया। मन वधिया बधाइया राग रतन प्रभार प्रिया शब्द गावने आइया। राग दूता हरि के राम नजने बधाया। नानक नंद हुआ सतगुरु मैं पाया। मन मेरे राल रो तू मन मेरे दुख सब कारो करे तेरा कारज सब सुवारना। समरथ स्वामी तो मनो विसारे। नानक मन मेरे सदा रहो अरनाली। आज साहिबा क्या नहीं करते करता तेरे सब जिसे तो पा गई।
ਸਿਮਟ ਸਦਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਬਸਿਆ ਵਾਜੇ ਸ਼ਬਦ ਕਰੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਦਰ ਭੁਖਾ ਪਰ ਸ਼ਾਂਤ ਸੁਖ ਮਨ ਆਈ ਵਸਿਆ ਜਿਨੀ ਖਾਂ ਸਭ ਜਾਈਆਂ ਸਦਾ ਗੁਰਬਾਨ ਗੀਤਾ ਗੁਰੂ ਵਿਟੋ ਜਿਦੀਆਂ ਹੈ ਵਡਿਆਈਆਂ ਕੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੱਚਾ ਨਾਮ ਮੇਰਾ ਆਧਾਰ ਵਾਜੀ ਕੰਜ ਸ਼ਬਦ ਦਿਤ ਕਰ ਸੁਭਾਗੀ ਹਰ ਸੁਭਾਗ ਸ਼ਬਦ ਬਾਜੇ ਕਲਾ ਜਤ ਕਰਤਾਰੀਆ ਕੀਤੇ ਹਾਲ ਗੰਡਕ ਮਾਰਿਆ ਕਰਮ ਪਾਇਆ ਗੁਰਜਨ ਕੋ ਸਿਨਾ ਮਰ ਕੇ ਲਾਗੇ ਨਾਨਕ ਦੇ ਦੁਖੋ ਆਦਿਤ ਕਰ ਅਨਾਦ ਬਾਜੇ ਆਦ ਸੁਨੋ ਗਟ ਭਾਗੀਓ ਸਗਲ ਮਨੋਰਥ ਪੂਰੇ ਪਰਮ ਪ੍ਰਭਾਇਆ ਤ੍ਰਿ ਸਗਲ ਦੂਰੇ ਦੁਖ ਰੋਗ ਸੰਤਾਪ ਕਰੇ ਸੁਣੀ ਸੱਚੀ ਬਾਣੀ ਰਾਜਨ ਪਏ ਸਰਦੇ ਪੂਰੇ ਗੁਰ ਕੇ ਜਾਈ ਤੇ ਬਨੀਤ ਕਹਤੇ ਬੁਧ ਰਖ ਦੁਰਮਿਆ ਭਰਪੂਰੇ ਮੇਰਾ ਨਾਮ ਗੁਰ ਜਨ ਲਾਗੇ ਵਾਜੇ ਅਨਹਦ ਪੂਰੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ